ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆ ਕਾ ਅੰਤਰਜਾਮੀ। ਹਉ ਮੰਗਉ ਦਾਨ ਤੁਝੈ ਪਹਿ ਕਰਤੇ, ਹਰ ਅਨ ਦਿਨ ਨਾਮ ਵਖਾਣੀ ਹੈ। ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਵਾਨ ਮਾਇਆ ਕਾ। ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਮਹਿਮਾ ਕੇਤਕ ਆਖੀਐ, ਬਰਨੀ ਨਹਿ ਜਾਏ। ਕੋਟ ਜਿਹਵ ਕਰ ਭਾਖੀਐ, ਤਉ ਪਾਰ ਨ ਪਾਏ। ਸਗਲ ਦਵਾਰ ਕਉ ਛਾਡ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ, ਇਕ ਓੰਕਾਰ। ਸਤਿਗੁਰ ਪ੍ਰਸਾਦਿ। ਜੋ ਹਰਿ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮ ਊਪਰ ਕਿਰਪਾ ਕਰ ਸੁਆਮੀ, ਰਖ ਸੰਗਤ ਤੁਮ ਜੋ ਪਿਆਰੀ। ਜੋ ਹਰ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮ ਊਪਰ ਕਿਰਪਾ ਕਰ ਸੁਆਮੀ, ਰਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨ ਸਕੋ ਬਨਵਾਰੀ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ,
ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰਿ ਉਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਆਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕਉ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਆਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕਉ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਆਪ ਸਭ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਹੋ। ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਕੁੱਲ ਕਾਇਨਾਤ ਦੇ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਵਾਕ ਦੀ ਲੜੀਵਾਰ ਵਿਚਾਰ ਇਹ ਕਥਾ ਆਰੰਭ ਕਰਨ ਲਈ ਸਤਿਗੁਰੂ ਨੇ ਸੁਭਾਗੀਆਂ ਘੜੀਆਂ ਬਖਸ਼ੀਆਂ ਨੇ। ਆਓ ਸੰਗਤ ਜੀ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਸੁਰਤ ਨੂੰ ਟਿਕਾ ਕਰਕੇ ਇਹ ਸਮਝਣ ਦਾ ਯਤਨ ਕਰੀਏ ਕਿ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਸਤਿਗੁਰੂ ਕੀ ਉਪਦੇਸ਼ ਦਿੰਦੇ ਨੇ। ਪਿਆਰ ਵਾਲਿਓ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਇਹ ਦ੍ਰਿੜ ਕਰਾਉਂਦੇ ਨੇ ਕਿ ਜਿਨਨੇ ਵੀ ਪ੍ਰਮਾਤਮਾ ਦੀ ਸੇਵਾ ਕੀਤੀ ਹੈ ਤੇ ਉਹਨੂੰ ਫਲ ਪ੍ਰਾਪਤ ਜ਼ਰੂਰ ਹੋਇਆ। ਜਿਨਨੇ ਸੇਵਾ ਕਰਦੇ ਹੋਏ ਨਾਲ ਨਾਲ ਸਿਮਰਨ ਦਾ ਅਭਿਆਸ ਕੀਤਾ, ਸੇਵਾ ਅਤੇ ਸਿਮਰਨ ਦਾ ਪੱਲਾ ਫੜ ਕੇ ਰੱਖਿਆ, ਉਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਜ਼ਰੂਰ ਹੋਇਆ। ਸਵਾਓ ਇਤਨੀ ਕਿ ਭਾਵਨਾ ਦੇ ਨਾਲ ਜੁੜੀਏ ਕਿ ਸਾਡੀ ਰੂਹ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮੌਜੂਦਗੀ ਮਹਿਸੂਸ ਹੋਵੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਮਣੇ ਬਿਰਤੀਆਂ ਇਕਾਗਰ ਚਿਤ ਕਰਦੇ ਹੋਏ ਆਓ ਜੀ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਤਨਾਸਰੀ ਰਾਗ ਦੇ ਵਿੱਚ ਉਚਾਰਨ ਕਰਦੇ ਨੇ।
ਚੌਪਦਿਆਂ ਵਾਲਾ, 4 ਪਦਿਆਂ ਵਾਲਾ ਇਹ ਸ਼ਬਦ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰੂ ਕੇ ਕੀਰਤਨੀਆਂ ਨੂੰ ਹਦਾਇਤ ਦਿੱਤੀ ਕਿ ਇਸ ਪਾਵਨ ਪਵਿੱਤਰ ਸ਼ਬਦ ਨੂੰ ਧਨਾਸਰੀ ਰਾਗ ਦੇ ਪਹਿਲੇ ਘਰ ਦੇ ਵਿੱਚ ਗਾਇਆ ਜਾਵੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਨੇ, ਜਿਹਦੀ ਸੇਵਾ ਦਾ ਹੋਕਾ ਦਿੱਤਾ ਹੈ, ਜਿਹਦਾ ਸਿਮਰਨ ਕਰਨ ਦਾ ਹੋਕਾ ਦਿੱਤਾ ਹੈ। ਸਤਿਗੁਰੂ ਕਹਿੰਦੇ ਉਹ ਇੱਕ ਹੈ, ਇੱਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਨੇਕਾਂ ਥਾਵਾਂ ਦੇ ਉੱਤੇ ਦਰਸ਼ਨ ਦੀਦਾਰੇ ਬਖਸ਼ ਰਿਹਾ। ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ। ਭਾਵ ਪਰਮਾਤਮਾ ਇੱਕ ਅਰੂਪ ਸਾਰਿਆਂ ਰੂਪਾਂ ਦੇ ਵਿੱਚ ਵਰਤ ਰਿਹਾ ਹੈ। ਉਹ ਇੱਕ ਹੈ, ਸਰਬ ਵਿਆਪਕ ਹੈ। ਪ੍ਰਣਵੋ ਆਦ ਏਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਵਿਆਪਕ ਹੈ, ਉਸ ਪਰਮਾਤਮਾ ਦਾ ਗਿਆਨ, ਉਸ ਪਰਮਾਤਮਾ ਦੇ ਨਾਮ ਦੀ ਸੋਝੀ, ਉਸ ਪਰਮਾਤਮਾ ਨੂੰ ਮਹਿਸੂਸ ਕਰਨ ਦੀ ਜਾਚ ਸਤਿਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦੀ ਹੈ। ਜੋ ਹਰ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਐ ਗੁਰੂ ਕਿਆ ਸਿੱਖਾ, ਜੋ ਹਰ ਸੇਵਹਿ ਸੰਤ ਭਗਤ, ਕਿ ਜਿਸ ਕਿਸੇ ਸੰਤ ਨੇ, ਭਗਤ ਨੇ ਉਸ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕੀਤੀ, ਤਿਨਕੇ ਸਭ ਪਾਪ ਨਿਵਾਰੀ। ਇਹ ਸੱਚ ਹੈ ਕਿ ਜਿਸ ਕਿਸੇ ਨੇ ਵੀ ਆ ਕੇ ਗੁਰੂ ਕੇ ਚਰਨਾਂ ਦੇ ਵਿੱਚ ਹਰੀ ਦੀ, ਅਕਾਲ ਪੁਰਖ ਦੀ ਸੇਵਾ ਕੀਤੀ ਤੇ ਸੇਵਾ ਕਰਦੇ ਹੋਏ ਉਹਦਾ ਸਿਮਰਨ ਕੀਤਾ, ਉਹਨੂੰ ਯਾਦ ਕੀਤਾ, ਉਹਨੂੰ ਹਿਰਦੇ ਵਿੱਚ ਵਸਾਇਆ, ਸੱਚ ਹੈ ਉਹਦੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਧੁੱਪ ਗਈ। ਇਹ ਸੇਵਾ ਦੀ ਬਖਸ਼ਿਸ਼ ਹੈ। ਬਾਰ-ਬਾਰ ਗੁਰੂ ਘਰ ਦੇ ਵਿੱਚ ਸੇਵਾ ਅਤੇ ਸਿਮਰਨ ਦਾ ਹੋਕਾ ਦਿੱਤਾ ਜਾਂਦਾ ਹੈ। ਸੇਵਾ ਪਹਿਲਾਂ ਹੈ, ਸਿਮਰਨ ਬਾਅਦ ਵਿੱਚ। ਕਿਉਂ? ਕਿਉਂਕਿ ਸੇਵਾ ਕਰਦੇ ਹੋਏ ਸਿਮਰਨ ਅੰਦਰ ਵਸੇਗਾ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਦਰਬਾਰ ਦੇ ਵਿੱਚ ਸੇਵਾ ਕਰਦਾ ਹੈ ਤੇ ਪਿਆਰ ਵਾਲਿਓ, ਸੱਚ ਹੈ ਜੋ ਸੇਵਹਿ ਸਤ ਮੁਰਾਰ, ਸੇ ਭਵ ਜਲ ਤਰ ਗਿਆ। ਜੋ ਬੋਲ ਰਹੇ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਕਹਿੰਦੇ ਜਿਹਨੇ ਸਤ ਮੁਰਾਰ ਨੂੰ, ਸੱਚੇ ਅਕਾਲ ਪੁਰਖ ਦੀ ਸੇਵਾ ਕੀਤੀ, ਪਰਮਾਤਮਾ ਦੀ ਸੇਵਾ ਕੀਤੀ। ਪਰ ਸੇਵਾ ਕੀਤੀ ਕਿਸ ਤਰ੍ਹਾਂ? ਸੇਵਾ ਇਸ ਤਰ੍ਹਾਂ ਕੀਤੀ ਕਿ ਗੁਰੂ ਕੇ ਬਰਤਨ ਭਾਂਡੇ ਮਾਂਜਦੇ ਹੋਏ ਵੀ ਰਸਨਾ ਦੇ ਉੱਤੇ ਵਾਹਿਗੁਰੂ ਗੁਰਮੰਤਰ ਦੀ ਧੁਨ ਚੱਲਦੀ ਰਹੀ। ਸੇਵਾ ਇਸ ਤਰ੍ਹਾਂ ਕੀਤੀ ਕਿ ਗੁਰੂ ਕੀ ਪਰਿਕਰਮਾ ਦੇ ਵਿੱਚ ਝਾੜੂ ਫੇਰਦਿਆਂ ਵੀ ਰਸਨਾ ਦੇ ਉੱਤੇ ਮੂਲ ਮੰਤਰ ਦੀ ਧੁਨੀ ਚੱਲਦੀ ਰਹੀ। ਭਾਵੇਂ ਕੋਈ ਲੰਗਰ ਦੀ ਸੇਵਾ ਕਰੇ, ਗੁਰੂ ਘਰ ਦੇ ਵਿੱਚ ਅਨੇਕਾਂ ਸੇਵਾਵਾਂ ਨੇ। ਮੈਂ ਤੇ ਬੇਨਤੀ ਕਰਦਾ ਕਿ ਸੇਵਾ ਕਰਨ ਵਾਲਾ ਹੋਵੇ ਤੇ ਸੇਵਾ ਕਰਨ ਦੀ ਘਾਟ ਕੋਈ ਨਹੀਂ। ਪਿਆਰ ਵਾਲਿਓ, ਇੱਕ ਸੱਜਣ ਦਾ ਕਥਨ ਹੈ ਕਿ ਸੇਵਾ ਕਰੋ ਤੇ ਮੁੱਕਣੀ ਨਹੀਂ, ਨਾ ਕਰੋ ਤੇ ਰੁਕਣੀ ਨਹੀਂ। ਭਾਵ ਸੇਵਾ ਕਰ, ਪਰ ਹੰਕਾਰ ਛੱਡ ਕੇ ਕਰੀ। ਇਹ ਨਾ ਸਮਝੀ ਕਿ ਮੈਂ ਇਹ ਕੰਮ ਕਰ ਰਿਹਾ ਤਾਂ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ, ਬਲਕਿ ਨਿਮਰਤਾ ਵਿੱਚ ਨਿਮਾਣਾ ਹੋ ਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰੀ। ਤੇ ਜਿਹੜੀ ਸੇਵਾ ਸਤਿਗੁਰੂ ਨੂੰ ਭਾ ਜਾਵੇ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸੰਮਲ ਭੰਨੇ। ਕਹਿੰਦੇ ਜਿਹੜੀ ਸੇਵਾ ਗੁਰੂ ਨੂੰ ਭਾ ਜਾਵੇ, ਸੱਚ ਹੈ ਉਹ ਸੇਵਾ ਕੀਤਿਆਂ ਜਨਮਾਂ ਜਨਮਾਂ ਦੀ ਮੈਲ ਧੁੱਪ ਜਾਂਦੀ ਹੈ। ਪਰ ਪਿਆਰ ਵਾਲਿਓ, ਯਤਨ ਕਰਨਾ ਚਾਹੀਦਾ ਹੈ ਕਿ ਸੇਵਾ ਗੁਰੂ ਕੇ ਚਰਨਾਂ ਦੇ ਵਿੱਚ ਆਪਣਾ ਆਪ ਤਿਆਗ ਕੇ ਕਰਨੀ ਚਾਹੀਦੀ ਹੈ, ਆਪਣਾ ਆਪ ਭੁਲਾ ਕੇ ਕਰਨੀ ਚਾਹੀਦੀ ਹੈ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਐਥੈ ਮਿਲਣ ਵਡਿਆਈਆਂ, ਦਰਗਹਿ ਮੋਖ ਦੁਆਰ। ਕਹਿੰਦੇ ਜਿਹੜਾ ਨਿਮਾਣਾ ਹੋ ਕੇ, ਨਤਾਣਾ ਹੋ ਕੇ, ਨਿਮਰਤਾ ਦੇ ਵਿੱਚ ਆ ਕੇ ਗੁਰੂ ਕੇ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਕਹਿੰਦੇ ਸੱਚ ਹੈ ਇਹ ਸੇਵਾ ਸਿਮਰਨ ਇਹ ਸੁੱਖਾਂ ਦੀ ਖਾਣ ਹੈ, ਸੁੱਖਾਂ ਦੀ ਖਾਣ। ਅੱਜ ਸੰਸਾਰ ਦਾ ਅਲਪੱਗ ਜੀਵ ਸੁੱਖਾਂ ਪਿੱਛੇ ਭੱਜਦਾ ਹੈ, ਦੁੱਖਾਂ ਤੋਂ ਰੋਗਾਂ ਤੋਂ ਛੁਟਕਾਰਾ ਹੋ ਜਾਵੇ, ਭੱਜ ਦੌੜ ਕਰਦਾ, ਖੋਜ ਕਰਦਾ। ਸਤਿਗੁਰੂ ਕਹਿੰਦੇ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇਹ ਸੁੱਖਾਂ ਦੀ ਖਾਣ ਹੈ। ਜੇ ਕੋਈ ਵੀ ਸੇਵਾ ਕਰੇ, ਸਿਮਰਨ ਕਰੇ, ਮਨੇ ਇੱਛਾ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਮਨ ਬਾਂਛਤ ਫਲ ਪਾਵੈ ਸੋਈ, ਦੁੱਖ ਨਾ ਤਿਸੈ ਵਿਆਪਤ ਕੋਈ। ਦੁੱਖ ਤਕਲੀਫ ਨੇੜੇ ਨਹੀਂ ਆਉਂਦੇ।
ਸਤਿਗੁਰੂ ਕਹਿੰਦੇ ਸੇਵਾ ਕਰਕੇ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇੱਥੇ ਮਿਲਣ ਵਡਿਆਈਆਂ ਦਰਗਹ ਮੋਖ ਦੁਆਰ, ਕਿ ਜੇ ਕੋਈ ਵੀ ਗੁਰੂ ਕੀ ਸੇਵਾ ਕਰੇ ਤੇ ਇਸ ਲੋਕ ਦੇ ਵਿੱਚ ਵੀ ਵਡਿਆਈ ਮਿਲਦੀ ਹੈ ਤੇ ਉਸ ਪਰਲੋਕ ਦੇ ਵਿੱਚ ਵੀ ਮਾਣ ਮਿਲਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਪਰ ਹੁੰਦਾ ਕਦੋਂ ਹੈ? ਜਦੋਂ ਆਪਣਾ ਆਪ ਤਿਆਗ ਕੇ ਸੇਵਾ ਕਰੇ, ਸੰਸਾਰ ਦੀਆਂ ਬਾਤਾਂ, ਸੰਸਾਰ ਦੇ ਰਿਸ਼ਤੇ ਨਾਤੇ ਸਭ ਭੁਲਾ ਕੇ ਸੇਵਾ ਦੇ ਵਿੱਚ ਖੁੱਭਿਆ ਰਵੇ ਦਿਨ ਰਾਤ। ਤੇ ਸੇਵਾ ਕਰਨ ਵੇਲੇ ਹਰ ਪਲ ਸੇਵਨਾ ਸੇਵਨ ਪਦ ਕੰਜਨ, ਸਭ ਤੇ ਉਤਮ ਚੰਗਣਾ। ਕਹਿੰਦੇ ਸੇਵਾ ਕਰਦੇ ਹੋਏ ਸਿਮਰਨ ਕਰੇ ਤੇ ਇਸ ਤੋਂ ਉੱਚਾ ਤੇ ਸੁੱਚਾ ਕਾਰਜ ਹੀ ਕੋਈ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਕਿ ਸੇਵਨਾ ਸੇਵਨ ਪਦ ਕੰਜਨ, ਸਭ ਤੇ ਉਤਮ ਚੰਗਣਾ। ਜੇ ਕੋਈ ਵੀ ਸੇਵਾ ਕਰੇਗਾ ਤੇ ਵਡਿਆਈ ਵੀ ਮਿਲੇਗੀ, ਸੁੱਖ ਵੀ ਮਿਲੇਗਾ, ਤੇ ਸੱਚ ਹੈ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਵੀ ਹੋਵੇਗਾ। ਪਿਆਰ ਵਾਲਿਓ, ਇਤਿਹਾਸ ਨੂੰ ਵਾਚੀਏ। ਜੇ ਗੁਰੂ ਕੀ ਹਜ਼ੂਰੀ ਦੇ ਵਿੱਚ, ਗੁਰੂ ਕੇ ਚਰਨਾਂ ਵਿੱਚ ਰਹਿ ਕੇ ਜਿੰਨੇ ਵੀ ਸੇਵਾ ਕੀਤੀ, ਗੁਰੂ ਸਾਹਿਬ ਨੇ ਕਲਾਵੇ ਦੇ ਵਿੱਚ ਜ਼ਰੂਰ ਲਿਆ। ਭਾਵੇਂ ਭਾਈ ਮੰਝ ਸਾਹਿਬ ਜੀ ਸੇਵਾ ਕਰਦੇ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਤੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਭਾਈ ਮੰਝ ਜੀ ਨੂੰ ਕਲਾਵੇ ਦੇ ਵਿੱਚ ਜ਼ਰੂਰ ਲੈਂਦੇ ਨੇ। ਜੇ ਭਾਈ ਕਨ੍ਹਈਆ ਜੀ ਸੇਵਾ ਕਰਦੇ ਨੇ ਤੇ ਸਤਿਗੁਰੂ ਕਲਾਵੇ ਵਿੱਚ ਲੈਂਦੇ ਨੇ, ਕਿਉਂਕਿ ਸੇਵਾ ਕਰਨ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵਡਿਆਈ ਮਿਲਦੀ ਹੈ। ਮੈਂ ਇਤਿਹਾਸ ਦੇ ਵਿੱਚੋਂ ਆਪ ਜੀ ਦੇ ਸਨਮੁਖ ਇੱਕ ਝਲਕ ਰੱਖਾਂ। ਪਿਆਰ ਵਾਲਿਓ, ਪੰਥ ਪ੍ਰਕਾਸ਼ ਦੇ ਬੋਲ ਨੇ ਕਿ ਸਮਾਂ ਆਇਆ ਦੇ ਖਿੱਲਤ ਇਹ ਤਬ ਕਹੀ, ਪੁਸ਼ਾਕ ਨਾ ਜਾਣਿਓ ਇਹ ਨਵਾਬੀ ਭਈ। ਕਹਿੰਦੇ ਨੇ ਲਾਹੌਰ ਦੇ ਸੂਬੇਦਾਰ ਨੇ ਭਾਈ ਸੁਬੇਗ ਸਿੰਘ ਨੂੰ ਇੱਕ ਖਿੱਲਤ ਦਿੱਤੀ, ਇੱਕ ਪੁਸ਼ਾਕ ਦਿੱਤੀ, ਤੇ ਉਹਨੇ ਕਿਹਾ ਕਿ ਇਹ ਕੇਵਲ ਪੁਸ਼ਾਕ, ਇਹ ਖਿੱਲਤ ਹੀ ਨਹੀਂ, ਇਹ ਨਵਾਬੀ ਹੈ, ਨਵਾਬੀ। ਭਾਈ ਸੁਬੇਗ ਸਿੰਘ ਨੇ ਕਿਹਾ ਕਿ ਇਹਦਾ ਕੀ ਕਰਾਂ? ਕਹਿਣ ਲੱਗਾ ਇਹਨੂੰ ਜਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਖਾਲਸੇ ਦੇ ਚਰਨਾਂ ਦੇ ਵਿੱਚ ਹਾਜ਼ਰ ਕਰ ਦੇ। ਖਾਲਸੇ ਨੂੰ ਸੌਂਪਿਆ ਇਹ ਨਵਾਬੀ ਦੀ ਖਿੱਲਤ। ਤੇ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਭਾਈ ਸੁਬੇਗ ਸਿੰਘ ਜੀ ਲਾਹੌਰ ਤੋਂ ਚੱਲੇ ਤੇ ਜਿਸ ਜਗ੍ਹਾ ਦੇ ਉੱਤੇ ਖਾਲਸੇ ਦਾ ਦੀਵਾਨ ਸਜਿਆ ਸੀ, ਜਾ ਪਹੁੰਚਿਓ ਵਹਿ ਸਿੰਘ ਸੁਜਾਨ, ਆਗੈ ਹੁਤ ਸੋ ਖਾਲਸੈ ਦੀਵਾਨ, ਪੜ੍ਹੈ ਸ਼ਬਦ ਔਰ ਬਜੈ ਰਬਾਬ। ਵੇਖੋ ਕੈਸਾ ਅਲੌਕਿਕ ਨਜ਼ਾਰਾ। ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਗੁਰੂ ਕੇ ਸਿੰਘ ਸਜੇ। ਤੇ ਪਿਆਰ ਵਾਲਿਓ, ਉਹ ਖਿੱਲਤ ਲੈ ਕੇ ਆਇਆ, ਨਵਾਬੀ ਲੈ ਕਰਕੇ ਆਇਆ। ਮੈਂ ਬੇਨਤੀ ਤਾਂ ਕਰ ਰਿਹਾ ਵੀ ਵਡਿਆਈ ਕਦੋਂ ਮਿਲਦੀ ਹੈ? ਸੰਸਾਰ ਦੀਆਂ ਵਡਿਆਈਆਂ ਤੇ ਦਰਗਾਹ ਕਦੋਂ ਸੁਹੇਲਾ ਹੁੰਦਾ ਹੈ? ਲੋਕ ਤੇ ਪਰਲੋਕ ਦੇ ਵਿੱਚ ਮਾਣ ਕਦੋਂ ਮਿਲਦਾ? ਨਵਾਬੀ ਲੈ ਕਰਕੇ ਆਇਆ, ਆ ਕੇ ਸਿੰਘਾਂ ਨੂੰ ਫਤਿਹ ਗਜਾਈ। ਤੇ ਪਿਆਰ ਵਾਲਿਓ, ਇਤਿਹਾਸ ਦੇ ਬੋਲ ਨੇ ਕਿ ਨਵਾਬੀ ਦੀ ਪੁਸ਼ਾਕ ਲੈ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਇਆ, ਕਿਉਂਕਿ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਸਜੇ ਸਨ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ, ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ, ਉਹ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਜੇ ਸਨ ਗੁਰੂ ਸਾਹਿਬ ਦੀ ਤਾਬਿਆ। ਤੇ ਭਾਈ ਸੁਬੇਗ ਸਿੰਘ ਨੇ ਆ ਕੇ ਕਿਹਾ ਕਿ ਇਸ ਹਕੂਮਤ ਨੇ, ਬਾਦਸ਼ਾਹਤ ਨੇ ਆਪ ਖਾਲਸੇ ਦੇ ਲਈ ਇਹ ਨਵਾਬੀ ਦੀ ਖਿੱਲਤ ਭੇਜੀ ਹੈ, ਇਸ ਨੂੰ ਪ੍ਰਵਾਨ ਕਰੋ, ਇਸ ਨਵਾਬੀ ਨੂੰ ਪ੍ਰਵਾਨ ਕਰੋ। ਮੈਂ ਤੁਸਾਂ ਦੇ ਦਰ ਦੇ ਉੱਤੇ ਸਰਕਾਰ ਵੱਲੋਂ ਇੱਕ ਬਿਨਾਂ ਲੈ ਕੇ ਆਇਆ, ਬੇਨਤੀ ਲੈ ਕੇ ਆਇਆ ਕਿ ਸਰਕਾਰ ਦੀ ਇਹ ਭੇਟਾ ਪ੍ਰਵਾਨ ਕਰੋ। ਤੇ ਪਿਆਰ ਵਾਲਿਓ, ਇਹ ਬੋਲ ਜੋ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਨੇ ਉਸ ਵਕਤ ਕਹੇ, ਇਹ ਬੋਲ ਬੜੇ ਅਨਮੋਲ ਸਨ। ਭਾਈ ਸਾਹਿਬ ਲਿਖਦੇ ਨੇ, ਉਹਨਾਂ ਦੇ ਬੋਲ ਸਨ ਕਿ ਆਗੈ ਦਰਬਾਰੈ ਸਿੰਘ ਇਤ ਕਹੀ, ਅਸੀਂ ਕਦ ਨਵਾਬੈ ਚਾਹੇ ਲਈ। ਕਹਿਣ ਲੱਗੇ ਅਸੀਂ ਕਦੋਂ ਨਵਾਬੀ ਦੀ ਮੰਗ ਕੀਤੀ? ਸਾਨੂੰ ਸੰਸਾਰ ਦੀ ਝੂਠੀਆਂ, ਸੰਸਾਰ ਦੀਆਂ ਬਾਦਸ਼ਾਹਤਾਂ ਨਹੀਂ ਚਾਹੀਦੀਆਂ। ਕਿਉਂ? ਕਿਉਂਕਿ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਇਹ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਕਹਿੰਦੇ ਸਾਡੇ ਕੋਲ ਪਾਤਸ਼ਾਹੀ ਹੈ। ਜਦੋਂ ਅਸੀਂ ਗੁਰੂ ਕੇ ਘਰ ਦੇ ਵਿੱਚ ਆਪਣੇ ਸਿਰ ਦੇ ਉੱਤੇ ਗਾਰੇ ਦੇ ਟੋਕਰੇ ਢੋਨੇ ਆ, ਤੇ ਉਸ ਵਰਗਾ ਛਤਰ ਕੋਈ ਨਹੀਂ। ਸਾਡੇ ਕੋਲ ਉਹ ਪਾਤਸ਼ਾਹੀ ਹੈ ਜਿਸ ਪਾਤਸ਼ਾਹੀ ਦੇ ਨਾਲ ਇਹ ਲੋਕ ਵੀ ਸੁਹੇਲਾ ਹੁੰਦਾ ਤੇ ਪਰਲੋਕ ਵੀ ਸੁਹੇਲਾ ਹੁੰਦਾ। ਤੇ ਭਾਈ ਸੁਬੇਗ ਸਿੰਘ ਕਹਿੰਦੇ ਨੇ, ਸੁਬੇਗ ਸਿੰਘ ਤਬ ਕਹਿਓ ਹਾਥ ਜੋੜ ਸੋ ਖਾਲਸੇ। ਖਾਲਸਾ ਨੂੰ, ਖਾਲਸੇ ਪੰਥ ਨੂੰ, ਜਥੇਦਾਰ ਸਾਹਿਬ ਨੂੰ
ਭਾਈ ਸੁਬੇਗ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਂ ਨਿਮਾਣਾ, ਮੈਂ ਤੁਹਾਡਾ ਸਿੱਖ ਭਰਾ ਤੁਹਾਡੇ ਸਾਹਮਣੇ ਇਹ ਹਾਜ਼ਰੀ ਭਰ ਰਿਹਾ, ਨਵਾਬੀ ਲੈ ਕਰਕੇ ਆਇਆ, ਨਵਾਬੀ ਖਿੱਲਤ ਲੈ ਕਰਕੇ ਆਇਆ, ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰੋ, ਸਰਕਾਰ ਦੀ ਇਹ ਭੇਟਾ ਮਨਜ਼ੂਰ ਕਰੋ। ਗੁਰੂ ਕੇ ਘਰ ਦੇ ਵਿੱਚੋਂ, ਗੁਰੂ ਕੇ ਖਾਲਸੇ ਪਾਸੋਂ ਕੋਈ ਖਾਲੀ ਹੱਥ ਨਹੀਂ ਜਾਂਦਾ, ਤੇ ਕਿਰਪਾ ਕਰਕੇ ਮੇਰੇ ਤੇ ਉਪਕਾਰ ਕਰੋ ਕਿ ਇਹ ਨਵਾਬੀ ਦੀ ਪੁਸ਼ਾਕ ਪ੍ਰਵਾਨ ਕਰ ਲਓ। ਤੇ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ, ਹਮ ਸਤਿਗੁਰ ਦਈ ਪਾਤਸ਼ਾਹੀ ਹੰਨੇ ਹੰਨੇ ਲਾਏ, ਜਹ ਜਹ ਜ਼ਮੀਨ ਮਲ ਤਹ ਤਹ ਤਖਤ ਬਣਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ ਕਿ ਸੁਬੇਗ ਸਿਆਂ, ਸਾਨੂੰ ਪਾਤਸ਼ਾਹੀ ਦਿੱਤੀ ਹੈ ਕਲਗੀਆਂ ਵਾਲੇ ਨੇ, ਸਾਡੀ ਪਾਤਸ਼ਾਹੀ ਤੇ ਹੰਨੇ ਹੰਨੇ ਹੈ। ਹੰਨੇ ਹੰਨੇ ਤੋਂ ਭਾਵ ਘੋੜਿਆਂ ਦੀਆਂ ਕਾਠੀਆਂ ਤੇ, ਜਿੱਥੇ ਵੀ ਜਾ ਕਰਕੇ ਗੁਰੂ ਕਾ ਸਿੰਘ ਘੋੜੇ ਤੇ ਸਵਾਰ ਹੋ ਕੇ ਜ਼ਮੀਨ ਮਲ ਕੇ ਖੜ ਜਾਵੇ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ, ਖਾਲਸੇ ਦਾ ਤਖਤ ਤੇ ਉੱਥੇ ਹੀ ਤਿਆਰ ਹੋ ਜਾਂਦਾ। ਕਿਉਂ? ਕਿਉਂਕਿ ਸਾਨੂੰ ਗੁਰੂ ਕਲਗੀਧਰ ਨੇ ਪਾਤਸ਼ਾਹੀ ਬਖਸ਼ੀ ਹੈ, ਔਰ ਇਹ ਸੱਚੀ ਪਾਤਸ਼ਾਹੀ ਹੈ, ਜਿਸ ਪਾਤਸ਼ਾਹੀ ਦੇ ਵਿੱਚ ਬਾਦ ਵਿਵਾਦ ਨਹੀਂ, ਬਲਕਿ ਕੁੱਲ ਲਕਾਈ ਦੀ ਪੱਤ ਟਕੀ ਜਾਂਦੀ ਹੈ। ਸਾਡੇ ਕੋਲ ਉਹ ਪਾਤਸ਼ਾਹੀ ਹੈ। ਪਰ ਸੁਬੇਗ ਸਿੰਘ ਨੇ ਬਾਰ-ਬਾਰ ਬੇਨਤੀ ਕੀਤੀ, ਤਰਲੇ ਪਾਏ। ਤੇ ਪਿਆਰ ਵਾਲਿਓ, ਉਸ ਵਕਤ ਇਤਿਹਾਸ ਦੇ ਬੋਲ ਨੇ ਕਿ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਦੀ ਨਜ਼ਰ ਪੱਖਾ ਚੱਲ ਰਹੇ ਸੇਵਾਦਾਰ ਕਪੂਰ ਸਿੰਘ ਤੇ ਪਈ, ਜਿਨ੍ਹਾਂ ਨੂੰ ਅੱਜ ਆਪਾਂ ਚੇਤੇ ਕਰਦੇ ਹਾਂ ਨਵਾਬ ਕਪੂਰ ਸਿੰਘ ਕਹਿ ਕੇ। ਮੈਂ ਬੇਨਤੀ ਤਾਂ ਕੀਤੀ ਕਿ ਜਦੋਂ ਬਾਬਾ ਕਪੂਰ ਸਿੰਘ ਪੰਥ ਵਿੱਚ ਆਏ, ਪੰਥ ਵਿੱਚ ਭਰਤੀ ਹੋਏ, ਤੇ ਪਿਆਰ ਵਾਲਿਓ ਸਭ ਤੋਂ ਪਹਿਲਾਂ ਉਹਨਾਂ ਨੂੰ ਸੇਵਾ ਵਿੱਚ ਲਾਇਆ ਗਿਆ। ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਦੇ ਵਿੱਚ ਬਾਬਾ ਕਪੂਰ ਸਿੰਘ ਨੂੰ ਲਾਇਆ ਗਿਆ। ਤੇ ਕਹਿੰਦੇ ਨੇ ਜਦੋਂ ਘੋੜਿਆਂ ਦੀ ਸੇਵਾ ਵੀ ਕਰਨੀ ਤੇ ਹਰ ਪਲ ਸ਼ਬਦ ਪੜ੍ਹਦੀ ਰਹਿਣਾ, ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿ ਤੇਰੀ। ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ ਹੋ ਪਾਪੀ ਵੱਡ ਗੁਨੇਗਾਰ। ਭਾਵੇਂ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨੀ ਤਾਂ ਵੀ ਰਸਨਾ ਉੱਤੋਂ ਸ਼ਬਦ ਚੱਲਦਾ ਰਹਿਣਾ, ਭਾਵ ਸੇਵਾ ਦੇ ਨਾਲ ਸਿਮਰਨ ਜ਼ਰੂਰੀ ਹੈ। ਸੇਵਾ ਕਰਦੇ ਹੋਏ ਵੀ ਨਿਰੰਕਾਰ ਦੇ ਦੇਸ਼ ਦੀਆਂ ਬਾਤਾਂ ਪਾਉਣੀਆਂ ਚਾਹੀਦੀਆਂ, ਸੰਸਾਰ ਦੀਆਂ ਬਾਤਾਂ ਨਹੀਂ ਪਾਉਣੀਆਂ ਚਾਹੀਦੀਆਂ। ਬਾਬਾ ਕਪੂਰ ਸਿੰਘ ਨੇ ਇਸ ਤਰ੍ਹਾਂ ਸੇਵਾ ਕਰਨੀ। ਤੇ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਦਾ ਸੇਵਾਦਾਰ ਹੈ, ਸੇਵਕ ਹੈ। ਇਹ ਅੱਜ ਵੀ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦਾ ਹੈ। ਤੇ ਸੱਚ ਹੈ, ਗੁਰੂ ਘਰ ਦੇ ਵਿੱਚ ਵਡਿਆਈ ਉਹਨੂੰ ਮਿਲਦੀ ਹੈ ਜਿਹੜਾ ਸੇਵਾ ਕਰਦਾ। ਇਹ ਨਵਾਬੀ ਦੀ ਖਿੱਲਤ ਬਾਬੇ ਕਪੂਰ ਸਿੰਘ ਨੂੰ ਦੇ ਦਿਓ, ਬਾਬੇ ਕਪੂਰ ਸਿੰਘ ਦੇ ਸਾਹਮਣੇ ਹਾਜ਼ਰ ਕਰ ਦਿਓ। ਤੇ ਪਿਆਰ ਵਾਲਿਓ, ਜਿਸ ਵਕਤ ਉਸ ਗੁਰਸਿੱਖ ਦੇ ਕੰਨਾਂ ਦੇ ਵਿੱਚ ਇਹ ਬੋਲ ਪਏ ਤੇ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਖਾਲਸੇ ਅੱਗੇ ਬੇਨਤੀ ਕੀਤੀ ਕਿ ਨਹੀਂ, ਮੈਂ ਕੇਵਲ ਗੁਰੂ ਕੀ ਸੇਵਾ ਕਰਨੀ ਚਾਹੁੰਦਾ, ਮੈਨੂੰ ਸੰਸਾਰ ਦੀਆਂ ਵਡਿਆਈਆਂ ਨਹੀਂ ਚਾਹੀਦੀਆਂ, ਮੈਂ ਗੁਰੂ ਘਰ ਦੇ ਵਿੱਚ ਰਹਿ ਕੇ ਨਿਮਾਣਾ ਹੋ ਕੇ ਸੇਵਾ ਕਰਨੀ ਚਾਹੁੰਦਾ। ਤੇ ਕਹਿੰਦੇ ਇਸ ਵਕਤ ਇੱਕ ਗੁਰੂ ਕਾ ਸਿੱਖ ਬਾਣੀ ਪੜ੍ਹ ਰਿਹਾ ਸੀ, ਬਾਣੀ ਦਾ ਜਾਪ ਕਰ ਰਿਹਾ ਸੀ, ਤੇ ਉਹਦੀ ਰਸਨਾ ਦੇ ਉੱਤੇ ਪੰਕਤੀ ਆਈ, ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ। ਵਡਿਆਈ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਗੁਰੂ ਬਖਸ਼ਿਸ਼ ਕਰ ਦਵੇ। ਸੇਵਾ ਕਰਨ ਵਾਲਿਆਂ ਨੂੰ ਵਡਿਆਈ ਮਿਲਦੀ ਹੈ, ਸਿਮਰਨ ਕਰਨ ਵਾਲਿਆਂ ਨੂੰ ਵਡਿਆਈ ਮਿਲਦੀ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਟ ਮਾਨੈ। ਨਾਮ ਜਪਣ ਵਾਲਿਆਂ ਨੂੰ ਵਡਿਆਈ ਮਿਲਦੀ ਹੈ। ਤੇ ਸਿੰਘ ਕਹਿਣ ਲੱਗੇ, ਹੁਣ ਤੇ ਗੁਰੂ ਕੀ ਬਾਣੀ ਦਾ ਉਪਦੇਸ਼ ਵੀ ਆ ਗਿਆ, ਇਹ ਨਵਾਬੀ ਦੀ ਖਿੱਲਤ ਬਾਬਾ ਕਪੂਰ ਸਿੰਘ ਦੇ ਸੀਸ ਤੇ ਸੋਭੇਗੀ। ਤੇ ਪਿਆਰ ਵਾਲੇ, ਉਸ ਵਕਤ ਬਾਬਾ ਕਪੂਰ ਸਿੰਘ ਦੇ ਬੋਲ ਸਨ ਕਿ ਵੇਖੋ ਸੇਵਾ ਕਰਕੇ ਕੈਸੀ ਨਿਮਰਤਾ ਆ ਜਾਂਦੀ ਹੈ, ਕੈਸੀ ਨਿਡਰਤਾ ਆ ਜਾਂਦੀ ਹੈ। ਬਾਬਾ ਕਪੂਰ ਸਿੰਘ ਕਹਿਣ ਲੱਗੇ, ਮੇਰੀ ਇੱਕ ਬੇਨਤੀ ਪ੍ਰਵਾਨ ਕਰੋ ਖਾਲਸਾ ਜੀ। ਕਹਿਣ ਲੱਗੇ, ਕੀ ਬੇਨਤੀ? ਕਹਿਣ ਲੱਗੇ, ਮੇਰੀ ਇਹ ਬੇਨਤੀ ਹੈ ਕਿ ਜੋ ਨਵਾਬੀ ਦੀ ਇਹ ਖਿੱਲਤ ਹੈ, ਇਹ 5 ਸਿੰਘ ਸਹਿਬਾਨਾਂ ਦੇ ਚਰਨਾਂ ਨੂੰ ਛੁਹਾਈ ਜਾਵੇ, ਚਰਨਾਂ ਨੂੰ ਛੁਹਾ ਕੇ ਪਵਿੱਤਰ ਕੀਤੀ ਜਾਵੇ। ਮੈਂ ਤਾਂ ਹੀ ਇਸ ਨਵਾਬੀ ਦੀ ਖਿੱਲਤ ਨੂੰ ਆਪਣੇ ਸੀਸ ਤੇ ਰੱਖਾਂਗਾ। ਤੇ ਪਿਆਰ ਵਾਲਿਓ, ਪੁੱਛਿਆ ਵੀ ਇਸ ਤਰ੍ਹਾਂ ਕਿਉਂ? ਕਹਿਣ ਲੱਗੇ, ਪਹਿਲਾਂ ਤੇ ਇਹ ਕਿ ਇਹ ਸੰਸਾਰ ਦੀ ਬਾਦਸ਼ਾਹੀ ਵਿੱਚੋਂ ਨਿਕਲੀ ਨਵਾਬੀ ਹੈ, ਇਹ ਸੰਸਾਰ ਦੀ ਮਾਇਆ ਵਿੱਚੋਂ ਨਿਕਲੀ ਨਵਾਬੀ ਹੈ। ਜਦੋਂ ਇਹ 5 ਗੁਰਸਿੱਖਾਂ ਦੇ ਚਰਨਾਂ ਨੂੰ ਛੂਹੇਗੀ ਤੇ ਗੁਰਸਿੱਖਾਂ ਦੀ ਧੂੜ ਇਹਨੂੰ ਵੀ ਪਵਿੱਤਰ ਕਰ ਦੇਵੇਗੀ। ਐਸਾ ਪ੍ਰੇਮ ਗੁਰਸਿੱਖਾਂ ਪ੍ਰਤੀ ਉਸ ਵਕਤ ਹੋਇਆ ਕਰਦਾ ਸੀ। ਅੱਜ ਵੀ ਯਤਨ ਕਰੀਏ ਕਿ ਸਾਡਾ ਵੀ ਗੁਰਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਪ੍ਰੇਮ ਹੋਵੇ, ਗੁਰਸਿੱਖਾਂ ਦੀ ਧੂੜੀ ਲੋਚੀਏ। ਤੇ ਪਿਆਰ ਵਾਲਿਓ, ਦੂਸਰਾ ਬਚਨ ਕਿਹਾ
ਕਿ ਦੂਸਰਾ ਬਚਨ ਮੈਂ ਇਹ ਕਰਦਾ ਕਿ ਪੰਜ ਸਿੰਘ ਸਹਿਬਾਨਾਂ ਦੇ ਚਰਨਾਂ ਨੂੰ ਇਸ ਕਰਕੇ ਛੁਹਾਈ ਜਾਵੇ ਕਿ ਸੰਸਾਰ ਦੀ ਮੌਕੇ ਦੀ ਬਾਦਸ਼ਾਹਤ ਨੂੰ ਇਹ ਭੁਲੇਖਾ ਨਾ ਪੈ ਜਾਵੇ ਕਿ ਗੁਰੂ ਕਾ ਖਾਲਸਾ ਪੰਥ ਸੰਸਾਰ ਦੀਆਂ ਝੂਠੀਆਂ ਨਵਾਬੀਆਂ ਦਾ ਮੁਹਤਾਜ ਹੈ। ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੈ ਤੇ ਇਸ ਤਖਤ ਦੇ ਉੱਤੇ ਸਦਾ ਪੀਰੀ ਉੱਚੀ ਰਵੇਗੀ, ਮੀਰੀ ਨਹੀਂ। ਇਹ ਪੀਰੀ ਮੀਰੀ ਦਾ ਤਖਤ ਹੈ। ਇਹ ਬੋਲ ਸਨ ਤੇ ਪਿਆਰ ਵਾਲਿਓ ਸੇਵਾ ਕੀਤੀ, ਸਿਮਰਨ ਕੀਤਾ, ਵਡਿਆਈਆਂ ਮਿਲੀਆਂ। ਪਰ ਜਦੋਂ ਵਡਿਆਈ ਮਿਲਣ ਲੱਗੀ ਉਸ ਵਕਤ ਵੀ ਨਿਮਰਤਾ, ਉਸ ਵਕਤ ਵੀ ਮਨ ਦੇ ਵਿੱਚ ਸਿਧਾਂਤ ਇਹ ਸੀ ਕਿ ਗੁਰੂ ਕੇ ਸਿਧਾਂਤ ਨੂੰ ਉੱਚਾ ਰੱਖਿਆ ਜਾਵੇ, ਗੁਰੂ ਕੀ ਸਿਧਾਂਤ ਨੂੰ, ਗੁਰੂ ਕੀ ਸਿੱਖਿਆ ਨੂੰ ਉੱਚਾ ਰੱਖਿਆ ਜਾਵੇ। ਤੇ ਸੱਚ ਹੈ ਇੱਥੇ ਮਿਲਣ ਵਡਿਆਈਆਂ, ਦਰਗਹ ਮੋਖ ਦੁਆਰ। ਉਦੋਂ ਵਡਿਆਈ ਮਿਲੀ ਸੇਵਾ ਸਿਮਰਨ ਦੇ ਰਾਹੀਂ। ਅੱਜ ਵੀ ਲੋਕ ਚੇਤੇ ਕਰਦੇ ਨੇ। ਪਿਆਰ ਵਾਲਿਓ ਸੱਚ ਹੈ, ਜਿਸ ਕਿਸੇ ਨੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਸੇਵਾ ਕੀਤੀ, ਸੇਵਾ ਸਿਮਰਨ ਕੀਤਾ, ਸੇਵਾ ਸਿਮਰਨ ਕਰਨ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਤਨ ਦੀ ਕੁਰਬਾਨੀ ਕੀਤੀ। ਸੱਚ ਹੈ ਸਦੀਆਂ ਤਾਈਂ ਸੰਗਤਾਂ ਉਹਨਾਂ ਨੂੰ ਚੇਤੇ ਕਰਦੀਆਂ ਰਹਿਣਗੀਆਂ। ਭਾਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਭਾਵੇਂ ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਸਾਹਿਬ ਜੀ, ਭਾਵੇਂ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਲਈ ਤਨ ਦੀਆਂ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਪਾਈਆਂ। ਪਰ ਸ਼ਹਾਦਤਾਂ ਤੋਂ ਪਹਿਲਾਂ ਇਬਾਦਤਾਂ ਦੇ ਜਾਮ ਪੀਤੇ ਤੇ ਅੱਜ ਵੀ ਸੰਗਤਾਂ ਚੇਤੇ ਕਰਦੀਆਂ। ਸੱਚ ਹੈ ਭਾਵੇਂ ਇਤਿਹਾਸ ਨੂੰ ਪੜ੍ਹੀਏ, ਭਾਵੇਂ ਵਰਤਮਾਨ ਸਮੇਂ ਨੂੰ ਪੜ੍ਹੀਏ, ਜਿਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਤਨ ਦੀਆਂ ਕੁਰਬਾਨੀਆਂ ਕੀਤੀਆਂ, ਸੰਗਤਾਂ ਅੱਜ ਵੀ ਨਮਸਕਾਰ ਕਰਦੀਆਂ। ਤੇ ਫਿਰ ਪਿਆਰ ਵਾਲਿਓ ਭਾਵੇਂ ਵਰਤਮਾਨ ਸਮੇਂ ਦੇ ਵਿੱਚ ਆ ਜੂਨ 1984 ਘੱਲੂਘਾਰ ਆ ਰਿਹਾ ਹੈ, ਭਾਵੇਂ ਵਰਤਮਾਨ ਸਮੇਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸੇਵਾ ਸਿਮਰਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਤਨ ਦੀ ਕੁਰਬਾਨੀ ਕੀਤੀ ਤੇ ਸੰਗਤਾਂ ਅੱਜ ਵੀ ਚੇਤੇ ਕਰਦੀਆਂ। ਕਿਉਂ? ਕਿਉਂਕਿ ਨੂਰੇ ਹਕ ਸ਼ਮਾ ਇਲਾਹੀ ਕੋ बुझा सकता है कौन, जिसका हामी हो खुदा उसे मिटा सकता है कौन। ਜਿਹਦਾ ਹਾਮੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਣ ਜਾਣ, ਉਹਨੂੰ ਸੰਸਾਰ ਤੋਂ ਕੋਈ ਮਿਟਾ ਨਹੀਂ ਸਕਦਾ। ਸੋ ਸਤਿਗੁਰੂ ਕਹਿੰਦੇ ਸੇਵਾ ਕਰਨ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ, ਸੇਵਾ ਕਰਨ ਵਾਲਿਆਂ ਦੇ ਜਨਮਾਂ ਜਨਮਾਂ ਦੀ ਪਾਪ ਦੂਰ ਹੋ ਜਾਂਦੀ ਹੈ। ਹਮ ਊਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਇਸ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰ, ਸੁੱਖ ਮੰਗ। ਵੇਖੋ ਇੱਕ ਸੰਸਾਰ ਦੇ ਸੁੱਖ ਆਪਾਂ ਸਾਰੇ ਮੰਗਦੇ ਹਾਂ, ਪਰ ਇੱਕ ਸੁੱਖ ਮੰਗਣਾ ਧੰਨ ਗੁਰੂ ਅਰਜਨ ਦੇਵ ਜੀ ਨੇ ਸਿਖਾਇਆ ਕਿ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਇਹ ਸੁਖ ਮੰਗਦਾ ਕਿ ਮੋਕੋ ਕਰ ਸੰਤਨ ਕੀ ਤੂਰੇ। ਜਿਹੜੇ ਤੇਰੀ ਸੇਵਾ ਕਰਦੇ ਨੇ ਪਿਆਰੇ, ਜਿਹੜੇ ਪਿਆਰੇ ਸਿਮਰਨ ਕਰਦੇ ਨੇ, ਮੈਨੂੰ ਉਹਨਾਂ ਦੇ ਚਰਨਾਂ ਦੀ ਖਾਕ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜੀ ਬਣਾ ਦੇ। ਸਤਿਗੁਰੂ ਕਹਿੰਦੇ ਗੁਰੂ ਅੱਗੇ ਅਰਦਾਸ ਕਰ ਪਿਆਰਿਆ, ਅਰਦਾਸ ਕਰਕੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ, ਕਿਰਪਾ ਕਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਤੇ ਸਾਨੂੰ ਉਹਨਾਂ ਦੀ ਸੰਗਤ ਬਖਸ਼ ਜਿਹੜੇ ਤੈਨੂੰ ਪਿਆਰੇ ਨੇ। ਤਾਂ ਹੀ ਕਰਕੇ ਆਪਾਂ ਰੋਜ਼ ਅਰਦਾਸ ਦੇ ਵਿੱਚ ਬਾਰ-ਬਾਰ ਇਹ ਜ਼ਿਕਰ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਤੇ ਉਹਦਾ ਨਾਮ ਤਾਂ ਹੀ ਚਿੱਤ ਆਉਂਦਾ ਜੇ ਉਹਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ। ਸਤਿਗੁਰੂ ਸੰਸਾਰ ਦੇ ਵਿੱਚ ਸਾਡਾ ਕੋਈ ਆਸਰਾ ਨਹੀਂ, ਕੋਈ ਟੇਕ ਨਹੀਂ, ਸਾਨੂੰ ਕੋਈ ਰਾਹ ਪ੍ਰਾਪਤ ਨਹੀਂ ਹੋ ਰਿਹਾ। ਕਿਰਪਾ ਕਰੋ ਸਾਨੂੰ ਉਹਨਾਂ ਪਿਆਰਿਆਂ ਦੀ ਸੰਗਤ ਬਖਸ਼ੋ ਜਿਹੜੇ ਤੇਰੇ ਪਿਆਰੇ ਹਨ। ਹਰ ਗੁਣ ਕਹਿ ਨਾ ਸਕੋ ਬਨਵਾਰੀ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਤੇ ਇਤਨਾ ਬੇਅੰਤ ਹੈ ਕਿ ਸੰਸਾਰ ਦਾ ਅਲਪੱਗ ਜੀਵ ਆਪਣੀ ਲੌਕਿਕ ਬੋਲੀ ਦੇ ਦੁਆਰਾ ਉਸ ਅਲੌਕਿਕ ਅਕਾਲ ਪੁਰਖ ਦੀ ਉਸਤਤ ਬਿਆਨ ਨਹੀਂ ਕਰ ਸਕਦਾ। ਇਹ ਸੱਚ ਹੈ, ਇਸ ਜ਼ਬਾਨ ਦੇ ਵਿੱਚ ਤੇ ਇਹ ਤਾਕਤ ਹੀ ਨਹੀਂ। ਕਹਾਂ ਲੱਗਾ ਇਹ ਕੀਟ ਬਖਾਨਾ, ਮਹਿਮਾ ਤੋਰ ਤੁਹੀਂ ਪ੍ਰਭ ਜਾਨਾ। ਮਹਿਮਾ ਕੇ ਤੱਕ ਆਖੀ ਹੈ ਬਰਨੀ ਨਹਿ ਜਾਏ। ਸਰਬਲੋ ਗ੍ਰੰਥ ਸਾਹਿਬ ਚ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ
ਕਹਿੰਦੇ ਮਹਿਮਾ ਕੇਤਕ ਆਖੀ ਹੈ। ਕਿਹੜੀ ਕਿਹੜੀ ਮਹਿਮਾ ਬਿਆਨ ਕਰਾਂ, ਬਰਨੀ ਨਹਿ ਜਾਏ। ਮਹਿਮਾ ਨਹੀਂ ਕਹਿ ਸਕਦਾ, ਕਿਉਂ? ਕੋਟ ਜਿਹਵ ਕਰ ਭਾਖੀ ਹੈ। ਅੱਜ ਤੇ ਇੱਕ ਜ਼ਬਾਨ ਹੈ, ਬੰਦਾ ਜਪਜੀ ਸਾਹਿਬ ਸਮਝ ਕੇ, ਬੰਦਾ ਜਪਜੀ ਸਾਹਿਬ ਪੜ੍ਹ ਕੇ ਸਮਝਦਾ ਕਿ ਸ਼ਾਇਦ ਮੈਂ ਗੁਰੂ ਨਾਨਕ ਸਾਹਿਬ ਦੇ ਗੁਣ ਗਾਲੇ, ਗੁਰੂ ਕੇ ਗੁਣ ਗਾਲੇ। ਮਹਾਰਾਜ ਕਹਿੰਦੇ ਇੱਕ ਨਹੀਂ, ਇੱਥੇ ਤੇ ਕਰੋੜਾਂ ਹੀ ਜ਼ੁਬਾਨਾਂ ਹੋਣ ਤਾਂ ਵੀ ਉਸ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੱਡੇ ਵੱਡੇ ਮੁਨ ਦੇਵ ਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਉਸ ਪ੍ਰਮਾਤਮਾ ਅਕਾਲ ਪੁਰਖ ਦਾ ਕੋਈ ਅੰਤ ਨਹੀਂ ਪਾ ਸਕਦਾ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਵੇਖੋ ਪਿਆਰ ਵਾਲਿਓ, ਮੇਰੀ ਤਰ੍ਹਾਂ ਸ਼ਬਦਾਂ ਰਾਹੀਂ ਬਿਆਨ ਕਰਕੇ ਕਥਾ ਕਰਨੀ ਤੇ ਬੜੀ ਸਖੈਲੀ ਹੈ, ਪਰ ਸੱਚ ਹੈ ਉਹਦੇ ਗੁਣ ਕੀ ਨੇ? ਉਹਦੇ ਗੁਣ ਤੇ ਇਹ ਨੇ ਕਿ ਜੇ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਤਰ੍ਹਾਂ ਨੇਤਰ ਬੰਦ ਕਰਕੇ ਇਹ ਕਵੇ ਕਿ ਜਲਾਸ ਤੂੰ ਹੀ ਤਲਾਸ ਤੂੰ ਹੀ, ਕਿ ਪ੍ਰਮਾਤਮਾ ਮੈਂ ਜਿੱਥੇ ਵੀ ਵੇਖਦਾ ਮੈਨੂੰ ਤੇ ਤੂੰ ਹੀ ਨਜ਼ਰ ਆਉਂਦਾ, ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਜੇ ਮੈਂ ਅਸਮਾਨ ਵੱਲ ਵੇਖਦਾ, ਜੇ ਮੈਂ ਧਰਤੀ ਵੱਲ ਵੇਖਦਾ, ਬਨਸਪਤੀ ਵੱਲ ਵੇਖਦਾ, ਪ੍ਰਮਾਤਮਾ ਕੇਵਲ ਤੂੰ ਹੀ ਨਜ਼ਰ ਆਉਂਦਾ। ਇਹ ਉਹਦੇ ਗੁਣ ਗਾਉਣੇ ਨੇ। ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿ ਹਰ ਜਗ੍ਹਾ ਉਹਦੀ ਜੋਤ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹਦੇ ਗੁਣ ਗਾਉਣੇ ਬੜੇ ਕਠਿਨ ਨੇ। ਉਹਦੇ ਗੁਣ ਬੰਦਾ ਅਲਪਗ ਜੀਵ ਨਹੀਂ ਗਾ ਸਕਦਾ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਤਰਲਾ ਪਾਉਣਾ ਕਰ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਤਰਲਾ ਪਾ, ਮੈਂ ਪਾਪੀ ਹਾਂ, ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਮੈਂ ਸੰਸਾਰ ਦੇ ਵਿੱਚ ਔਗਣਿਆਰਾਂ, ਔਗਣ ਬੜੇ ਨੇ, ਗੁਣ ਇੱਕ ਵੀ ਨਹੀਂ। ਅੰਮ੍ਰਿਤ ਛੱਡ ਕੇ ਮੈਂ ਨਿਤ ਵਿਸ਼ਿਆਂ ਵਕਾਰਾਂ ਦੇ ਜ਼ਹਿਰ ਨੂੰ ਖਾ ਰਿਹਾ। ਪਾਤਸ਼ਾਹ ਮੈਂ ਸੁਣਿਆ ਕਿ ਤੇਰੀ ਸੰਗਤ ਵਿੱਚ ਕਿਰਪਾ ਵਰਤਦੀ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਕਿਰਪਾ ਕਰ ਸਾਡੀ ਪੱਤ ਰੱਖ ਹਰ ਜੂ, ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨੇ ਤੇਰੀ। ਜਿਵੇਂ ਪੱਥਰ ਪਾਣੀ ਵਿੱਚ ਡੁੱਬਦਾ ਜਾਂਦਾ, ਸੱਚ ਹੈ ਮੈਂ ਵੀ ਵਿਸ਼ਿਆਂ ਵਕਾਰਾਂ ਦੇ ਵਿੱਚ ਡੁੱਬਦਾ ਜਾ ਰਿਹਾ। ਕਿਰਪਾ ਕਰਕੇ ਮੈਨੂੰ ਭਵ ਸਾਗਰ ਤੋਂ ਤਾਰ ਲੈ। ਰਹਾਉ ਵਿਸ਼ਰਾਮ ਦਿੰਦੇ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ। ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ। ਸਤਿਗੁਰੂ ਕਹਿੰਦੇ ਜਨਮਾਂ ਜਨਮਾਂ ਤੋਂ ਹੀ ਇਸ ਮਨ ਦੇ ਅੰਦਰ, ਹਿਰਦੇ ਦੇ ਅੰਦਰ ਮੋਰਚਾ ਲੱਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਵਿਸ਼ਿਆਂ ਵਕਾਰਾਂ ਦੇ ਨਾਲ। ਸੱਚ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਨਮਾਂ ਜਨਮਾਂ ਤੋਂ ਮੇਰਾ ਮਨ ਪੀੜਤ ਹੈ, ਮਨ ਬੇਚੈਨ ਹੈ। ਜਨਮਾਂ ਜਨਮਾਂ ਤੋਂ ਵਿਸ਼ਿਆਂ ਵਕਾਰਾਂ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ। ਪਰ ਕਿਰਪਾ ਹੋ ਗਈ, ਸਤ ਸੰਗਤ ਦੇ ਵਿੱਚ ਜਦੋਂ ਆਇਆ, ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਤੇ ਵਿਸ਼ਿਆਂ ਵਕਾਰਾਂ ਦੇ ਮੋਰਚੇ ਤੋਂ ਛੁਟਕਾਰਾ ਹੋ ਗਿਆ। ਪਰ ਕਿਵੇਂ? ਕਹਿੰਦੇ ਨੇ ਜਦੋਂ ਸੰਗਤ ਵਿੱਚ ਬੰਦਾ ਆਵੇ, ਸੰਗਤ ਵਿੱਚ ਜਦੋਂ ਗੁਰੂ ਦੀ ਬਖਸ਼ਿਸ਼ ਵਰਤਦੀ ਹੈ, ਗੁਰੂ ਦੀ ਕਲਾ ਵਰਤਦੀ ਹੈ, ਰਹਿਮਤ ਵਰਤਦੀ ਹੈ, ਤੇ ਵਿਸ਼ਿਆਂ ਵਕਾਰਾਂ ਤੋਂ ਛੁਟਕਾਰਾ ਕੁਝ ਇਸ ਤਰ੍ਹਾਂ ਹੁੰਦਾ ਹੈ। ਜਿਉ ਕੰਚਨ ਬੈ ਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ। ਜਿਉ ਕੰਚਨ ਕਹਿੰਦੇ ਜਿਵੇਂ ਸੋਨਾ, ਸੋਨੇ ਵਿੱਚ ਮੈਲ ਹੋਵੇ ਤੇ ਉਹਨੂੰ ਅੱਗ ਦੀ ਤਪਸ਼ ਦੇ ਵਿੱਚ ਤਪਾਇਆ ਜਾਂਦਾ ਹੈ। ਉਦੋਂ ਤੱਕ ਸੋਨੇ ਨੂੰ ਅੱਗ ਦੀ ਤਪਸ਼ ਦੇ ਵਿੱਚ ਤਪਾਇਆ ਜਾਂਦਾ ਜਦੋਂ ਤੱਕ ਮੈਲ ਮਿਟ ਨਾ ਜਾਵੇ। ਕਹਿੰਦੇ ਨੇ ਗੁਰੂ ਕੀ ਸੰਗਤ ਦੇ ਵਿੱਚ ਵੀ ਜਦੋਂ ਤੱਕ ਬੰਦਾ ਬਾਣੀ ਦੇ ਵਿੱਚ ਔਰ ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ ਆਪਣੇ ਮਨ ਨੂੰ ਨਾ ਤਪਾਏਗਾ, ਉਦੋਂ ਤੱਕ ਮੈਲ ਨਹੀਂ ਕੱਟਦੀ। ਤੇ ਕੱਟਦੀ ਉਦੋਂ ਹੈ ਜਦੋਂ ਬੰਦਾ ਸੇਵਾ ਸਿਮਰਨ ਦਾ ਤਪ ਕਰੇ, ਸੇਵਾ ਸਿਮਰਨ ਦੇ ਵਿੱਚ ਆਪਣੇ ਮਨ ਨੂੰ ਤਪਾਏ। ਵੇਖੋ ਕਈ ਵਾਰ ਅਭਿਆਸੀ ਸਿੱਖ ਇਹ ਬਚਨ ਕਰਦੇ ਨੇ, ਬਾਣੀ ਪੜ੍ਹਦੇ ਹੋਏ ਮਨ ਦੇ ਵਿੱਚ ਹੋਰ ਵੀ ਬੜੇ ਭੈੜੇ ਫੁਰਨੇ ਆਉਂਦੇ ਨੇ, ਮਨ ਟਿਕਦਾ ਨਹੀਂ। ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੇ। ਮਨ ਬੇਚੈਨ ਹੈ। ਮੈਂ ਬੇਨਤੀ ਕਰਾਂ ਕਿ ਜਦੋਂ ਕਿਸੇ ਕਾਗਜ਼ ਦੇ ਉੱਤੇ ਕੁਝ ਗਲਤ ਲਿਖਿਆ ਜਾਵੇ, ਗਲਤ ਲਿਖ ਹੀ ਜਾਵੇ,
ਪਿਆਰ ਵਾਲਿਓ, ਬੰਦਾ ਰਬੜ ਲੈ ਕੇ ਨਾ ਉਸ ਨੂੰ ਮਿਟਾਉਣ ਦਾ ਯਤਨ ਕਰਦਾ, ਪਰ ਉਦੋਂ ਤੱਕ ਮਿਟਾ ਨਹੀਂ ਸਕਦਾ ਜਦੋਂ ਤੱਕ ਉਹ ਗਲਤ ਲਿਖਿਆ ਹੋਇਆ ਅੱਖਾਂ ਸਾਹਮਣੇ ਨਾ ਆਵੇ। ਬਸ ਜਨਮਾਂ ਜਨਮਾਂ ਤੋਂ ਮਨ ਦੇ ਕਾਗਜ਼ ਦੇ ਉੱਤੇ ਬਹੁਤ ਗਲਤ ਖਿਆਲ ਲਿਖ ਚੁੱਕੇ ਹਾਂ। ਹੁਣ ਜੇ ਬਾਣੀ ਪੜਾਂਗੇ ਤੇ ਬਾਣੀ ਦੀ ਰਬੜ ਦੇ ਨਾਲ ਜਦੋਂ ਮਿਟਾਵਾਂਗੇ ਅੱਖਾਂ ਸਾਹਮਣੇ ਜ਼ਰੂਰ ਆਉਣਗੇ। ਪਰ ਯਤਨ ਕਰੀਏ, ਮਨ ਭਾਵੇਂ ਲੱਗੇ ਭਾਵੇਂ ਨਾ ਲੱਗੇ, ਮਨ ਭਾਵੇਂ ਟਿਕੇ ਭਾਵੇਂ ਨਾ ਟਿਕੇ, ਪਰ ਗੁਰੂ ਕੀ ਬਾਣੀ ਦਾ ਪੱਲਾ ਨਾ ਛੱਡੀਏ, ਸੇਵਾ ਦਾ ਪੱਲਾ ਨਾ ਛੱਡੀਏ, ਸਿਮਰਨ ਦਾ ਪੱਲਾ ਨਾ ਛੱਡੀਏ। ਜੇ ਨਾ ਛੱਡਾਂਗੇ ਤੇ ਇੱਕ ਦਿਨ ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇ ਕੇ ਰੰਗ। ਨਾਮ ਦੇ ਰੰਗ ਦੇ ਨਾਲ ਪਾਪਾਂ ਦੀ ਮੈਲ ਜ਼ਰੂਰ ਧੁੱਪ ਜਾਵੇਗੀ। ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ ਹਰ ਹਾਰੇ ਉਰ ਧਾਰੀ। ਜੇ ਪਾਪਾਂ ਦੀ ਮੈਲ ਤੋਂ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾਉਣਾ, ਫਿਰ ਇੱਕ ਕੰਮ ਕਰ, ਹਰ ਹਰ ਜਪਨ ਜਪੋ ਦਿਨ ਰਾਤੀ। ਜਪਣ ਦਾ ਬੜਾ ਖੰਡਨ ਹੈ, ਪਰ ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੀਏ ਕਿ ਬਾਰ-ਬਾਰ ਜਪੀਏ, ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰੀਏ। ਮਹਾਰਾਜ ਕਹਿੰਦੇ ਇੱਕ ਵਾਰ ਨਹੀਂ, ਤੂੰ ਤੇ ਦਿਨ ਰਾਤ ਹੀ ਜਪਦਾ ਰਹੋ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਇੱਕ ਖਿਣ ਵੀ ਵਿਅਰਥ ਨਾ ਗਵਾ। ਇੱਕ ਵਿਦਵਾਨ ਦਾ ਕਥਨ ਹੈ, ਸਵਾਸ ਸਵਾਸ ਹਰ ਸਿਮਰ ਲੈ, ਬਿਰਥਾ ਸਾਸ ਨਾ ਖੋਏ, ਕਿਆ ਜਾਨੋ ਕੋਈ ਅੰਤ ਕਾ ਯਹੀ ਸਾਸ ਨਾ ਹੋਏ। ਕਹਿੰਦੇ ਸਵਾਸ ਸਵਾਸ ਹਰੀ ਦਾ ਸਿਮਰਨ ਕਰ, ਹਰ ਇੱਕ ਸਾਹ ਦੇ ਨਾਲ ਉਹਨੂੰ ਚੇਤੇ ਵਿੱਚ ਲਿਆ। ਕਿਉਂ? ਕਿਉਂਕਿ ਅੰਤ ਸਮੇਂ ਦਾ ਕੋਈ ਪਤਾ ਨਹੀਂ। ਇਹ ਨਹੀਂ ਪਤਾ ਵੀ ਜਿਹੜਾ ਸਾਹ ਤੂੰ ਲੈ ਰਿਹਾ ਕਿਤੇ ਤੇਰਾ ਇਹ ਅਖੀਰਲਾ ਸਾਹ ਹੀ ਨਾ ਹੋਵੇ। ਕਿਆ ਜਾਣੋ ਕੋਈ ਅੰਤ ਕਾ ਯਹੀ ਸਾਂਸ ਨਾ ਹੋਏ। ਪਤਾ ਨਹੀਂ ਵੀ ਇਸ ਤੋਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ। ਇਸ ਕਰਕੇ ਇਹਨੂੰ ਜਪਣ ਦਾ ਯਤਨ ਕਰ। ਨਾਮ ਜਪੋ ਮੇਰੇ ਸਾਜਣ ਸੈਣਾ, ਦਿਨ ਰਾਤ ਮਨ ਦੀ ਸੰਗਤ ਕਰਕੇ ਉਸ ਨੂੰ ਜਪਿਆ ਕਰ। ਹਿਰਦੇ ਦੇ ਵਿੱਚ ਵਾਹਿਗੁਰੂ ਗੁਰਮੰਤਰ ਨੂੰ ਧਾਰਨ ਕਰਿਆ ਕਰ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉ ਮੈਂ ਮਾਰੀ। ਸਤਿਗੁਰੂ ਕਹਿੰਦੇ ਕਿਉਂਕਿ ਨਾਮ ਦੀ ਬਰਕਤ ਹੈ, ਨਾਮ ਦੀ ਵਡਿਆਈ ਹੈ। ਹਰ 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 ਔਖਦ ਜਗ ਪੂਰਾ। ਜਗਤ ਦੇ ਵਿੱਚ ਜੇ ਕੋਈ ਸੰਪੂਰਨ ਔਸ਼ਧੀ ਹੈ, ਦਵਾ ਹੈ, ਤੇ ਉਹ ਪਰਮਾਤਮਾ ਦਾ ਨਾਮ ਹੈ, ਕੋਈ ਦੂਜਾ ਨਹੀਂ। ਵੇਖੋ ਅੱਜ ਭਾਵੇਂ ਕਿਹਾ ਜਾਵੇ ਕਿ ਬਾਣੀ ਤੇ ਜੀ ਕੇਵਲ ਗਿਆਨ ਲਈ ਹੈ, ਬਾਣੀ ਤੇ ਕੇਵਲ ਬਾਹਰਲੇ ਗਿਆਨ ਲਈ ਹੈ। ਇਹ ਪੜ੍ਹ ਕੇ ਕਦੇ ਦੁੱਖ ਵੀ ਦੂਰ ਹੋਏ ਨੇ, ਇਹ ਪੜ੍ਹ ਕੇ ਕਦੇ ਅਰਦਾਸਾਂ ਵੀ ਪੂਰੀਆਂ ਹੋਈਆਂ, ਪਰ ਨਹੀਂ। ਮਹਾਰਾਜ ਕਹਿੰਦੇ ਜਿਹੜੇ ਦੁੱਖ ਜਿਹੜੇ ਰੋਗ ਸੰਸਾਰ ਦੀ ਦਵਾ ਦੇ ਨਾਲ ਦੂਰ ਨਾ ਹੋਣ, ਇਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਨਾਮ ਜਪਿਆਂ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ। ਪਿਆਰ ਵਾਲਿਓ, ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਇੱਕ ਸੱਜਣ ਨੇ ਨਾ ਇੱਕ ਦਿਨ ਸਵਾਲ ਕੀਤਾ ਕਿ ਭਾਈ ਸਾਹਿਬ ਜੀ ਤਨ ਦੇ ਵਿੱਚ ਰੋਗ ਬਹੁਤ ਨੇ, ਬਿਮਾਰੀ ਬਹੁਤ ਹੈ, ਅਰਦਾਸ ਕਰੋ ਗੁਰੂ ਕੇ ਚਰਨਾਂ ਦੇ ਵਿੱਚ, ਕੋਈ ਯਤਨ ਦੱਸੋ, ਕੋਈ ਵੈਦ ਦੱਸੋ। ਤੇ ਭਾਈ ਵੀਰ ਸਿੰਘ ਕਹਿਣ ਲੱਗੇ ਸਭ ਤੋਂ ਵੱਡਾ ਵੈਦ ਤੇ ਗੁਰੂ ਰਾਮਦਾਸ ਹੈ। ਸੁਖਮਣੀ ਸਾਹਿਬ ਦਾ ਜਾਪ ਕਰਿਆ ਕਰ, ਤਨ ਦੇ ਰੋਗ ਦੂਰ ਹੋਣਗੇ। ਕਹਿਣ ਲੱਗਾ ਜੀ ਉਹ ਤੇ ਕੇਵਲ ਮਾਨਸਿਕ ਰੋਗ ਨੇ, ਮਨ ਦੇ ਰੋਗ ਹੀ ਦੂਰ ਕਰਦੀ ਹੈ ਬਾਣੀ। ਭਾਈ ਵੀਰ ਸਿੰਘ ਕਹਿਣ ਲੱਗੇ ਅੱਛਾ ਜਰਾ ਸੁਖਮਣੀ ਸਾਹਿਬ ਨੂੰ ਧਿਆਨ ਦੇ ਨਾਲ ਪੜ੍ਹ। ਤੇ ਪਹਿਲੀ ਪੰਕਤੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਇਹ ਮਨ ਦੇ ਵੀ ਰੋਗ ਦੂਰ ਕਰਦੀ ਹੈ ਤੇ ਤਨ ਦੇ ਵੀ ਰੋਗ ਦੂਰ ਕਰਦੀ ਹੈ। ਜਦੋਂ ਤੱਕ ਤਨ ਦਾ ਰੋਗ ਨਾ ਦੂਰ ਹੋਵੇ, ਸੱਚੀ ਗੱਲ ਹੈ ਮਨ ਦਾ ਰੋਗ ਦੂਰ ਨਹੀਂ ਹੁੰਦਾ। ਜਦੋਂ ਤੱਕ ਤਨ ਦਾ ਰੋਗ ਨਾ ਦੂਰ ਹੋਵੇ, ਬੰਦਾ ਗੁਰੂ ਕੀ ਕਲਾ ਨਾ ਵੇਖੇ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਰਹਿ ਹੀ ਜਾਂਦਾ ਵੀ ਬਾਣੀ ਪੜ੍ਹ ਕੇ ਲਾਭ ਕੀ ਹੋਏਗਾ। ਤਨ ਦਾ ਰੋਗ ਦੂਰ ਹੋਇਆ ਹੀ ਮਨ ਦਾ ਰੋਗ ਦੂਰ ਹੁੰਦਾ ਹੈ। ਸਤਿਗੁਰੂ ਕਹਿੰਦੇ ਨਾਮ ਦੀ ਵਡਿਆਈ ਹੈ, ਨਾਮ ਦੀ ਬਰਕਤ ਹੈ ਕਿ ਇਹ ਸੰਸਾਰ ਦੇ ਉੱਤੇ ਉਹ ਔਸ਼ਧੀ ਹੈ ਜਿਸ ਔਸ਼ਧੀ ਨੂੰ ਲਿਆ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ ਤੇ ਹਿਰਦੇ ਦੇ ਵਿੱਚੋਂ ਹਉਮੈ ਦਾ ਖਾਤਮਾ ਹੋ ਜਾਂਦਾ ਹੈ। ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਗੰਮ ਹੈ, ਬੇਅੰਤ ਹੈ, ਅਗਾਧ ਬੋਧ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬੇਸੁਮਾਰ ਹੈ, ਬੇਅੰਤ ਹੈ ਔਰ ਸਦਾ ਹੀ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਉਹਦੇ ਚਰਨਾਂ ਨੂੰ ਗਲਵਕੜੀ ਪਾ ਕੇ ਅਰਜ਼ੋਈ ਕਰਨੀ ਕਰ। ਜਨ ਕੋ ਕਿਰਪਾ ਕਰਹੁ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਅਰਦਾਸ ਕਰ ਕਿ ਪਾਤਸ਼ਾਹ ਕਿਰਪਾ ਕਰੋ। ਸੰਸਾਰ ਦੇ ਵਿੱਚ ਜੀਵਨ ਬਤੀਤ ਕਰਦਿਆਂ ਕਈ ਉਮਰਾਂ ਬਤੀਤ ਹੋ ਗਈਆਂ, ਪਰ ਹਾਲੇ ਤੱਕ ਜ਼ਿੰਦਗੀ ਦੀ ਬਾਜੀ ਮੈਂ ਜਿੱਤ ਕੇ ਨਹੀਂ ਗਿਆ।
ਜ਼ਿੰਦਗੀ ਦੀ ਬਾਜੀ ਹਾਰਦਾ ਰਿਹਾ, ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ, ਸੇਵਾ ਦੀ ਦਾਤ ਬਖਸ਼ੋ, ਸਿਮਰਨ ਦੀ ਦਾਤ ਬਖਸ਼ੋ, ਤਾਂ ਕਿ ਸੰਸਾਰ ਦੇ ਵਿੱਚ ਮੈਂ ਜ਼ਿੰਦਗੀ ਦੀ ਬਾਜੀ ਜਿੱਤ ਸਕਾਂ। ਸੋ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਉਪਦੇਸ਼ ਦਿੱਤਾ, ਸੇਵਾ ਕਰਨ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ, ਸਿਮਰਨ ਕਰਨ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ, ਤੇ ਗੁਰੂ ਕੇ ਚਰਨਾਂ ਨੂੰ ਜਿਹੜਾ ਗਲਵਕੜੀ ਪਾਉਂਦਾ ਹੈ ਉਹਦਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਹੁੰਦਾ ਹੈ। ਸੋ ਆਓ ਹੁਣ ਲੜੀਵਾਰ ਵਿਚਾਰ ਦਾ ਜੋ ਸ਼ਬਦ ਹੈ, ਜੋ ਕਿ 824 ਅੰਗ ਦੇ ਉੱਤੇ ਸ਼ੁਭਾਇਮਾਨ ਹੈ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਕੀ ਉਪਦੇਸ਼ ਦੇ ਰਹੇ ਨੇ, ਸਰਵਣ ਕਰਨਾ ਕਰੀਏ। ਬਿਲਾਵਲ ਮਹੱਲਾ ਪੰਜਵਾ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਬਿਲਾਵਲ ਰਾਗ ਦੇ ਵਿੱਚ ਕਰਦੇ ਨੇ। ਪਿਆਰ ਵਾਲਿਓ, ਗੁਰੂ ਕੀ ਬਾਣੀ ਦੇ ਨਾਲ ਪਿਆਰ ਕਰੀਏ। ਮਹਾਰਾਜ ਜੀ ਦੇ ਸਰਬਲੋ ਗ੍ਰੰਥ ਦੇ ਵਿੱਚ ਬੋਲ ਨੇ ਕਿ ਅਰਜਨ ਸ਼ਬਦ ਜਹਾਜ਼ ਗੁਰੂ ਪਦ ਪੰਕਜ ਸਭ ਸ੍ਰਿਸ਼ਟ ਉਧਾਰੇ, ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਸ਼ਬਦ ਦਾ ਜਹਾਜ਼ ਬਖਸ਼ਿਆ, ਇਸ ਸ਼ਬਦ ਦੇ ਅਭਿਆਸ ਵਿੱਚ ਇਹ ਬਰਕਤ ਹੈ ਕਿ ਇੱਕ ਜਾਂ ਦੋ ਹੀ ਨਹੀਂ, ਜੇ ਕੋਈ ਵੀ ਇਸ ਸ਼ਬਦ ਦਾ ਅਭਿਆਸ ਕਰੇ ਤੇ ਇਹ ਕੁੱਲ ਸ੍ਰਿਸ਼ਟੀ ਨੂੰ ਪਾਰ ਲੰਘਾ ਸਕਦਾ ਹੈ। ਐਸੀ ਬਰਕਤ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਸ਼ਬਦ ਦਾ ਉਚਾਰਨ ਕਰਦੇ ਹਨ। ਸਦਾ ਸਦਾ ਜਪੀਐ ਪ੍ਰਭ ਨਾਮ। ਸਤਿਗੁਰੂ ਕਹਿੰਦੇ ਸਦਾ ਸਦਾ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਸਦਾ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਪਲ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਜਪਣ ਕਰਿਆ ਕਰ। ਜਰਾ ਮਰਾ ਕਛ ਦੁਖ ਨਾ ਵਿਆਪੈ, ਆਗਹਿ ਦਰਗਹਿ ਪੂਰਨ ਕਾਮ। ਕਿਉਂਕਿ ਨਾਮ ਦਾ ਜਪਣ ਕੀਤਿਆਂ ਕਦੇ ਬੁਢੇਪੇ ਦਾ ਦੁੱਖ ਨਹੀਂ ਆਉਂਦਾ। ਭਾਵ ਬੁਢੇਪੇ ਦੇ ਵਿੱਚ ਜਾ ਕਰਕੇ ਆਪਾਂ ਵੇਖਦੇ ਹਾਂ ਮਨ ਕਾਹਲਾ ਪੈਣ ਲੱਗ ਜਾਂਦਾ, ਮਨ ਟਿਕਦਾ ਨਹੀਂ, ਮਨ ਉੱਡੂ ਉੱਡੂ ਕਰਦਾ, ਸਰੀਰ ਦੇ ਵਿੱਚ ਤਕਲੀਫਾਂ ਸ਼ੁਰੂ ਹੋ ਜਾਂਦੀਆਂ। ਸਤਿਗੁਰੂ ਕਹਿੰਦੇ ਇਸ ਨਾਮ ਦੇ ਵਿੱਚ ਹੀ ਇਹ ਬਰਕਤ ਹੈ। ਪਿਆਰ ਵਾਲਿਓ, ਇਹ ਜੇ ਕੋਈ ਕਵੇ ਨਾ ਕਿ ਇਹ ਤੇ ਆਪਣੇ ਵੱਲੋਂ ਹੀ ਗੱਲਾਂ ਨੇ ਜੀ, ਨਾਮ ਜਪ ਕੇ ਬਾਣੀ ਪੜ੍ਹ ਕੇ ਬੁਢੇਪੇ ਦੀਆਂ ਤਕਲੀਫਾਂ ਦੂਰ ਕਿਵੇਂ ਹੁੰਦੀਆਂ, ਜਰਾ ਦਰਸ਼ਨ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ। ਜਿਹੜੀ ਬਜ਼ੁਰਗ ਅਵਸਥਾ ਦੇ ਵਿੱਚ ਬੰਦਾ ਮੰਜੇ ਤੋਂ ਨਹੀਂ ਉੱਠਦਾ, ਉਸ ਬਜ਼ੁਰਗ ਅਵਸਥਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਧਰ ਕੇ ਪਿਆਰ ਵਾਲਿਓ ਇੱਕ ਹੱਥ ਦੇ ਨਾਲ ਖੰਡਾ ਵਾਹੁੰਦੇ ਨੇ। ਇਹ ਨਾਮ ਦੀ ਬਰਕਤ ਹੈ, ਇਹ ਇਬਾਦਤ ਦੀ ਤਾਕਤ ਹੈ। ਸੋ ਸਤਿਗੁਰੂ ਕਹਿੰਦੇ ਕਿ ਸੰਸਾਰ ਦੇ ਦੁੱਖ ਤਕਲੀਫ ਨੇੜੇ ਨਹੀਂ ਆਉਂਦੇ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾਮ ਦੀ ਬਰਕਤ ਦੇ ਦੁਆਰਾ ਦਰਗਾਹ ਦਾ ਕਾਰਜ ਵੀ ਸਫਲਾ ਹੋ ਜਾਂਦਾ ਹੈ। ਦਰਗਾਹ ਦਾ ਕਾਰਜ ਕਿਹੜਾ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਲਾ ਕਾਰਜ ਸਫਲਾ ਹੋ ਜਾਂਦਾ ਹੈ। ਰਹਾਉ। ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਅੱਗੇ ਬਚਨ ਕਰਦੇ ਹਨ। ਆਪ ਤਿਆਗ ਪਰਿਐ ਨਿਤ ਸਰਨੀ, ਗੁਰ ਤੇ ਪਾਈਐ ਇਹੋ ਨਿਦਾਨ। ਪਰ ਜੇ ਜਪਣਾ ਹੈ, ਜੇ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਤੇ ਆਪਣਾ ਆਪ ਤਿਆਗ ਕੇ ਗੁਰੂ ਕੀ ਸ਼ਰਨੀ ਤੇ ਢਹਿ ਪੈ, ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪੈ। ਜਦੋਂ ਬੰਦਾ ਹੋਮੈ ਨੂੰ ਮਾਰ ਕੇ ਗੁਰੂ ਦੇ ਚਰਨਾਂ ਤੇ ਢਹਿੰਦਾ, ਤਾਂ ਹੀ ਜਾ ਕਰਕੇ ਗੁਰੂ ਦੀ ਝੋਲੀ ਦੇ ਵਿੱਚੋਂ, ਗੁਰੂ ਦੀ ਬਖਸ਼ਿਸ਼ ਦੇ ਵਿੱਚੋਂ ਨਾਮ ਦੀ ਦਾਤ ਦੀ ਪ੍ਰਾਪਤੀ ਹੁੰਦੀ ਹੈ। ਜਨਮ ਮਰਨ ਕੀ ਕੱਟੀਐ ਫਾਸੀ, ਸਾਚੀ ਦਰਗਹਿ ਕਾ ਨਿਸ਼ਾਨ। ਕਹਿੰਦੇ ਨੇ ਨਾਮ ਦੇ ਜਪਣ ਦੇ ਨਾਲ, ਨਾਮ ਦੇ ਅਭਿਆਸ ਦੇ ਨਾਲ ਜਿੱਥੇ ਜਨਮ ਮਰਨ ਦੀ ਫਾਹੀ ਕੱਟਦੀ ਹੈ, ਤੇ ਉਸ ਦਰਗਾਹ ਦੇ ਵਿੱਚ ਜਾਣ ਦੀ ਨਿਸ਼ਾਨ ਭਾਵ ਕੇ ਰਾਹਦਾਰੀ ਮਿਲ ਜਾਂਦੀ ਹੈ। ਪਿਆਰ ਵਾਲਿਓ, ਕਿਸੇ ਨੇ ਵਿਦੇਸ਼ 'ਚ ਜਾਣਾ ਹੋਵੇ ਤੇ ਵੀਜ਼ਾ, ਰਾਹਗੀਰੀ ਦੀ, ਰਾਹਦਾਰੀ ਦੀ ਬਹੁਤ ਲੋੜ ਹੈ। ਬਿਨਾਂ ਰਾਹਦਾਰੀ ਵੀਜ਼ੇ ਤੋਂ ਬਿਨਾਂ ਬੰਦਾ ਵਿਦੇਸ਼ ਨਹੀਂ ਜਾ ਸਕਦਾ। ਤੇ ਸੱਚ ਹੈ, ਜਿਨ੍ਹਾਂ ਕੋਲ ਨਾਮ ਦੀ ਰਾਹਦਾਰੀ ਹੋਵੇਗੀ, ਇਬਾਦਤ ਦੀ ਹੋਵੇਗੀ, ਬੰਦਗੀ ਦਾ ਵੀਜ਼ਾ ਹੋਵੇਗਾ, ਉਹੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਸਕਣਗੇ। ਉਹਨਾਂ ਦਾ ਹੀ ਲੋਕ ਤੇ ਪਰਲੋਕ ਸੁਹੇਲਾ ਹੋਵੇਗਾ, ਜਿਨ੍ਹਾਂ ਕੋਲ ਨਾਮ ਦੀ ਰਾਹਦਾਰੀ ਭਾਵ ਕੇ ਨਾਮ ਦਾ ਨਿਸ਼ਾਨ ਹੋਵੇਗਾ। ਜੋ ਤੁਮ ਕਰਹੁ ਸੋਈ ਪਲ ਮਾਨੋ, ਮਨ ਤੇ ਛੂਟੈ ਸਗਲ ਗੁਮਾਨ। ਪਰ ਅਵਸਥਾ ਬਣਾ ਕਿ ਨਾਮ ਦੀ ਦਾਤ ਤਾਂ ਟਿਕੇਗੀ ਜੇ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਕੇ ਹੁਕਮ ਨੂੰ ਮੰਨੇਗਾ, ਗੁਰੂ ਕੇ ਭਾਣੇ ਦੇ ਵਿੱਚ ਚੱਲੇਗਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਕਿਉਂਕਿ ਜਦੋਂ ਗੁਰੂ ਕੇ ਹੁਕਮ ਦੇ ਵਿੱਚ ਚੱਲਣ ਦੀ ਜਾਚ ਆ ਜਾਵੇ, ਗੁਰੂ ਕੀ ਰਜ਼ਾ ਵਿੱਚ ਚੱਲਣ ਦੀ ਜਾਚ ਆ ਜਾਵੇ,
ਤਾਂ ਫਿਰ ਜਾ ਕਰਕੇ ਖਾਲਸਾ ਜੀ ਹਿਰਦੇ ਦੇ ਵਿੱਚੋਂ ਹੰਕਾਰ ਦੂਰ ਹੁੰਦਾ, ਹੰਕਾਰ ਮਿਟ ਜਾਂਦਾ, ਹਉਮੈ ਮਿਟ ਜਾਂਦੀ ਹੈ। ਪਰ ਕਦੋਂ? ਜਦੋਂ ਬੰਦਾ ਗੁਰੂ ਕੇ ਚਰਨਾਂ ਦੇ ਵਿੱਚ ਢਹਿ ਕੇ ਗੁਰੂ ਕੇ ਭਾਣੇ ਦੇ ਵਿੱਚ ਚੱਲਣ ਦੀ ਜਾਚ ਸਿੱਖ ਲਵੇ। ਕਹੋ ਨਾਨਕ ਤਾਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈ। ਕਹੋ ਨਾਨਕ ਤਾਕੀ ਸਰਣਾਈ, ਉਹਦੀ ਸ਼ਰਣੀ ਪੈ। ਕਿਹਦੀ? ਜਾ ਕਾ ਕੀਆ ਸਗਲ ਜਹਾਨ, ਜਿਨੇ ਸਾਰਾ ਜਗਤ ਰਚਿਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਪ੍ਰਣਵੋ ਆਦੇ ਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਢਹਿ। ਉਸ ਪਰਮਾਤਮਾ ਦੀ ਸ਼ਰਣੀ ਆ ਜਿਹੜਾ ਕੁਲ ਕਾਇਨਾਤ ਦਾ ਮਾਲਕ ਹੈ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੋ ਅੱਜ ਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਉਸ ਨੂੰ ਜਪਣਾ ਸ਼ੁਰੂ ਕਰ। ਆਪਣਾ ਆਪ ਤਿਆਗ ਕੇ ਜਪਾਂਗੇ ਤਾਂ ਜਾ ਕੇ ਗੁਰੂ ਕੇ ਚਰਨਾਂ ਦੇ ਵਿੱਚੋਂ ਬਖਸ਼ਿਸ਼ ਰਹਿਮਤ ਦੇ ਪਾਤਰ ਹੋਵਾਂਗੇ। ਸੋ ਪਿਆਰ ਵਾਲਿਓ, ਇੱਥੇ ਅੱਜ ਦੇ ਲੜੀਵਾਰ ਵਿਚਾਰ ਦੀ ਜੋ ਕਿ ਸੰਪੂਰਨਤਾ ਹੁੰਦੀ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਜਿਨ੍ਹਾਂ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਤੇ ਮਹਾਰਾਜ ਨੇ ਕਿਰਪਾ ਕਰਕੇ ਵਿਚਾਰ ਕਰਵਾਈ ਹੈ। ਅਖੀਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਔਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਿੰਨਾਂ ਦਾ ਧੰਨਵਾਦ। ਉਹ ਵੀ ਆਪ ਸਭ ਸੰਗਤਾਂ ਦੇ ਚਰਨ ਪਰਸਦੇ ਰਹਿੰਦੇ ਨੇ। ਮੈਂ ਬੇਨਤੀ ਕਰਾਂ ਕਿ ਪਿਆਰ ਵਾਲਿਓ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 10 ਜਥੇਦਾਰਾਂ ਨੇ ਸੇਵਾਵਾਂ ਨਿਭਾਈਆਂ। ਕਈ ਵਾਰ ਨਾ ਬੰਦਾ ਜਦੋਂ ਕਿਸੇ ਸੰਪਰਦਾ ਦੇ ਜਥੇਬੰਦੀ ਦੇ ਨਾਮ ਸੁਣਦਾ, ਈਰਖਾ ਵਿੱਚ ਆ ਕੇ ਕਹਿ ਦਿੰਦਾ ਜੀ ਇਹ ਤੇ ਆਪੋ ਆਪਣੀ ਗੱਲ ਕਰਦੇ। ਪਰ ਵੇਖੋ, ਜੇ ਗੁਰੂ ਕੀ ਸਾਜੀ ਸੰਪਰਦਾ ਜਥੇਬੰਦੀ ਦੀ ਗੱਲ ਗੁਰੂ ਕੀ ਹਜ਼ੂਰੀ 'ਚ ਨਹੀਂ ਹੋਵੇਗੀ ਤੇ ਫਿਰ ਪਿਆਰ ਵਾਲਿਓ ਹੋਏਗੀ ਕਿੱਥੇ? ਸੋ ਸਾਰਿਆਂ ਦਾ ਧੰਨਵਾਦ, ਆਪ ਸਭ ਸੰਗਤਾਂ ਦਾ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਵਾਸਾਂ ਰੂਪੀ ਲੜੀ ਬਖਸ਼ ਕੇ ਹਾਜ਼ਰੀ ਭਰਵਾਈ। ਆਓ ਸਤਿਗੁਰੂ ਅੱਗੇ ਖਿਮਾ ਦੇ ਜਾਚਕ ਹਾਂ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਅਰਜ਼ ਕਰੀਏ ਜੀ। ਜੋ ਤੁਮ ਕਰੋ ਸੋਈ ਭਲ ਮਾਨੋ, ਮਨ ਤੇ ਛੂਟੈ ਸਗਲ ਗੁਮਾਨ। ਕਹੋ ਨਾਨਕ ਤਾਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਠੇ ਸਭੇ ਡਿਠੇ ਸਭੇ ਥਾਂ ਨਹੀਂ ਤੁਧ ਜਿਹਾ, ਥਾਂ ਨਹੀਂ ਤੁਧ ਜਿਹਾ। ਡਿਠੇ ਸਭੇ